ਸਾਹਮਣੇ ਆ ਰਹੀਆਂ ਨੇ। ਖੇਤਾਂ ਦੇ ਵਿੱਚ ਕਿਸਾਨ ਧੂਆਂ ਕਰ ਰਹੇ ਨੇ ਔਰ ਪਰਾਲੀ ਨੂੰ ਜਾਂ ਗੱਟੇ ਨੂੰ ਸਾੜ ਕੇ ਧੂਆਂ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਐਗਜ਼ੈਕਟ ਕਿੱਥੇ ਦੀਆਂ ਤਸਵੀਰਾਂ ਨੇ ਇਹ ਵੀ ਤੁਹਾਨੂੰ ਦੱਸਾਂਗੇ, ਪਰ ਖਨੌਰੀ ਜਾਂ ਸ਼ੰਭੂ ਬਾਰਡਰ ਚੋਂ ਇੱਕ ਥਾਂ ਦੀ ਤਸਵੀਰਾਂ, ਖਨੌਰੀ ਬਾਰਡਰ ਦੀਆਂ ਤਸਵੀਰਾਂ ਫਿਲਹਾਲ ਨਜ਼ਰ ਆ ਰਹੀਆਂ ਨੇ। ਖਨੌਰੀ ਬਾਰਡਰ ਤੇ ਜਾ ਰਹੇ ਨੇ ਤਾਂ ਮੇਰੇ ਨਾਲ ਚਰਨਜੀਤ ਕੌਸ਼ਲ ਵੀ ਨੇ, ਜਿਹੜੇ ਸਥਾਨਕ ਇੱਥੋਂ ਕਿਸਾਨ ਨੇ, ਉਹ ਸਿੱਧੇ ਤੌਰ ਤੇ ਹਰਿਆਣਾ ਪੁਲਿਸ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਕੁਝ ਦੇਰ ਪਹਿਲਾਂ ਵੀ ਜਦੋਂ ਕਿਸਾਨ ਆਗੂ ਇਹ ਗੱਲ ਕਹਿ ਰਹੇ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਔਰ ਖਨੌਰੀ ਬਾਰਡਰ ਤੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਖਨੌਰੀ ਤੇ ਸ਼ੰਭੂ ਬਾਰਡਰ ਤੋਂ ਇਹ ਤਸਵੀਰਾਂ ਔਰ ਲਗਾਤਾਰ ਸਵੇਰ ਤੋਂ ਜਿਹੜੇ ਹਾਲਾਤ ਬਣੇ, ਕਿਸਾਨਾਂ ਨੇ ਚੌਥੇ ਗੇੜ ਦੀ ਮੀਟਿੰਗ ਦੇ ਵਿੱਚ ਦਿੱਤਾ ਗਿਆ ਮਤਾ ਜਿਹੜਾ ਸੀਗਾ ਉਸ ਨੂੰ ਨਕਾਰ ਦਿੱਤਾ। ਐਲਾਨ ਕਰ ਦਿੱਤਾ ਕਿ ਅਸੀਂ ਦਿੱਲੀ ਵੱਲ ਕੂਚ ਕਰਾਂਗੇ। ਹੁਣ ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਦਿੱਲੀ ਵੱਲ ਕੂਚ ਦੀ ਕਾਲ ਨਹੀਂ ਦੇ ਰਹੇ। ਪਹਿਲਾਂ ਖੁਦ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਵੱਲ ਵਧਾਂਗੇ ਤੇ ਹੁਣ ਖੁਦ ਕਹਿ ਰਹੇ ਨੇ ਕਿ ਦਿੱਲੀ ਵੱਲ ਕੂਚ ਨਹੀਂ ਕਰਾਂਗੇ। ਫਿਲਹਾਲ ਦੀ ਘੜੀ ਅਜਿਹੀ ਕੋਈ ਕਾਲ ਨਹੀਂ ਹੈ। ਤੇ ਇਸ ਸਭ ਦੇ ਵਿਚਾਲੇ ਜਿਹੜੀ ਕਨਫਿਊਜ਼ਨ ਪੈਦਾ ਹੋਈ ਹੈ, ਉਸ ਕਨਫਿਊਜ਼ਨ ਦੇ ਵਿਚਾਲੇ ਵਧਿਆ ਤਣਾਅ, ਟੈਨਸ਼ਨ ਜਿਹੜੀ ਹੈਗੀ ਉਹ ਵਧੀ ਹੈ ਦੋਵੇਂ ਪਾਸਿਓਂ। ਔਰ ਇਸ ਸਭ ਦੇ ਵਿਚਾਲੇ ਖਨੌਰੀ ਬਾਰਡਰ ਤੋਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਖੇਤਾਂ ਦੇ ਵਿੱਚ ਪਰਾਲੀ ਸਾੜ ਕੇ ਧੂਆਂ ਕਰ ਰਹੇ ਨੇ ਔਰ ਹਵਾ ਦਾ ਰੁਖ ਜਿਹੜਾ ਹਰਿਆਣੇ ਵਾਲੇ ਪਾਸੇ ਹੋਣ ਦੀ ਵਜ੍ਹਾ ਕਰਕੇ ਇਹ ਧੂਆਂ ਹਰਿਆਣੇ ਵਾਲੇ ਪਾਸੇ ਜਾ ਰਿਹਾ ਹੈ। ਵੱਲੋਂ ਵੀ ਪੁਲਿਸ ਨੂੰ ਉਸੇ ਤਰੀਕੇ ਦੇ ਨਾਲ ਸੋ ਵੱਡੀ ਗਿਣਤੀ ਕਿਸਾਨਾਂ ਦੇ ਇਕੱਠੇ ਖਨੌਰੀ ਬਾਰਡਰ ਤੇ ਜੋ ਉੱਥੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਇਸ ਸਭ ਦੇ ਵਿਚਾਲੇ ਕੇਂਦਰ ਸਰਕਾਰ ਦੇ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਵੇਂ ਗੇੜ ਦੀ ਗੱਲਬਾਤ ਕਰਦੇ ਆ। ਚੌਥੇ ਗੇੜ ਦੇ ਵਿੱਚ ਠੀਕ ਹੈ ਗੱਲ ਨਹੀਂ ਬਣੀ, ਪੰਜਵੇਂ ਗੇੜ ਦੇ ਵਿੱਚ ਗੱਲ ਕਰਦੇ ਆ। ਪੰਜਵੇਂ ਗੇੜ ਦੀ ਗੱਲਬਾਤ ਔਰ ਪੰਜਵੇਂ ਗੇੜ ਦੀ ਗੱਲਬਾਤ ਦੇ ਲਈ ਸੱਦਾ। ਸ਼ਾਂਤਮਈ ਢੰਗ ਦੇ ਨਾਲ ਅਸੀਂ ਅੱਗੇ ਸਾਡੇ ਨੌਜਵਾਨ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਨੇ। ਪਹਿਲਾਂ ਤਾਂ ਅਸੀਂ ਇਹ ਕਹਿ ਸਕਦੇ ਸੀ ਕਿ ਸ਼ਾਇਦ ਸਾਡੇ ਮੁੰਡੇ ਅਗਰੈਸਿਵ ਹੋ ਗਏ ਹੋਣ। ਅਸੀਂ ਸਾਰੇ ਮੁੰਡਿਆਂ ਨੂੰ ਪਿੱਛੇ ਰੋਕਿਆ, ਤੁਸੀਂ ਪਿੱਛੇ ਰੁਕੋ ਪੁੱਤੇ, ਅਸੀਂ ਜਾਵਾਂਗੇ। ਲਾਊਡ ਸਪੀਕਰ ਤੇ ਅਨਾਉਂਸਮੈਂਟ ਹੋ ਰਹੀ ਸੀ ਕਿ ਅੱਗੇ ਆ ਜਾਓ, ਕਿਉਂਕਿ ਉੱਥੇ ਪਿੱਛੇ ਜੀਸੀਬੀ ਵੀ ਤਿਆਰ ਹੈ। ਥੋੜਾ ਕਲੀਅਰ ਕਰ ਦਿਓ ਕਿ ਹੈ ਕੋਲ ਜਾਂ ਨਹੀਂ, ਤਾਂ ਕਿ ਲੋਕਾਂ ਨੂੰ ਸੁਨੇਹਾ ਚਲੇ ਜਾਏ। ਉਹ ਇਸ ਲਈ ਸੀ ਹਾਂਜੀ ਕਿ ਬਹੁਤ ਸਾਰਿਆਂ ਨੂੰ ਜਿਹੜੇ ਨੌਜਵਾਨ ਅੱਗੇ ਸੀ ਉੱਥੇ ਪਾਣੀ ਦੀ ਲੋੜ ਸੀ। ਠੀਕ ਹੈ, ਉਹ ਪਾਣੀ ਪਹੁੰਚਾਉਣਾ ਸੀ। ਹਾਂ। ਉਹ ਮੇਰਾ ਖਿਆਲ ਹੈ 2-3 ਵਾਰੀ ਅਨਾਉਂਸਮੈਂਟ ਹੋਈ ਹੈ ਕਿ ਅੱਗੇ ਪਾਣੀ ਪਹੁੰਚਾਓ। ਠੀਕ ਹੈ। ਫਿਲਹਾਲ ਯਾਨੀ ਕਿ ਅੱਗੇ ਨਹੀਂ ਵਧਣਾ, ਫਿਲਹਾਲ ਦੀ ਘੜੀ ਫਿਲਹਾਲ ਅਸੀਂ ਮੀਟਿੰਗ ਕਰਦੇ ਹਾਂ, ਚਰਚਾ ਕਰਦੇ ਹਾਂ। ਔਰ ਦੂਸਰਾ ਵੀ ਕਿ ਸੈਂਟਰ ਨੇ ਇੱਕ ਸਵੇਰੇ ਪ੍ਰਪੋਜ਼ਲ ਭੇਜਿਆ, ਉਹ ਕੋਈ ਇਨਵਾਈਟ ਵੀ ਆਇਆ ਕਿ ਕਦੋਂ ਮੀਟਿੰਗ ਹੋਏਗੀ ਜਾਂ ਕੀ ਹੈ ਕੁਝ, ਉਹ ਥੋੜਾ ਕਲੀਅਰ ਕਰ ਦਿਓ। ਦੇਖੋ, ਜਦੋਂ ਸਾਡਾ ਇੱਕ ਨੌਜਵਾਨ ਸਰਕਾਰ ਦੀਆਂ ਕੁਝ ਜਿਹੀਆਂ ਕਰਤੂਤਾਂ ਕਰਕੇ ਦੁਨੀਆ ਤੋਂ ਚਲਿਆ ਗਿਆ, ਇਹ ਜਿਹੀਆਂ ਮੀਟਿੰਗਾਂ ਲੱਖਾਂ ਆਉਣਗੀਆਂ, ਲੱਖਾਂ ਜਾਣਗੀਆਂ। ਸਾਨੂੰ ਐਸੀ ਕਿਸੇ ਮੀਟਿੰਗ ਦੀ ਕੋਈ ਇਹ ਨਹੀਂ ਚਿੰਤਾ। ਮੁੰਡਾ ਹੋਰੀ ਜਿਹੜੇ ਖੇਤੀਬਾੜੀ ਮੰਤਰੀ ਉਹ ਕਹਿ ਰਹੇ ਸੀ ਕਿ ਮੁਲਾਕਾਤ ਲਈ ਅਸੀਂ ਤਿਆਰ ਹਾਂ, ਮਿਲੋਗੇ ਜਾਂ ਨਹੀਂ ਮਿਲੋਗੇ? ਲਾਸਟ ਸਵਾਲ ਹੈ, ਫਿਰ ਜਾਈਏ। ਦੇਖੋ ਗੱਲ ਇਹ ਆ, ਮੈਂ ਫਿਰ ਬੇਨਤੀ ਕਰਾਂ, ਪ੍ਰਾਇੋਰਟੀ ਸਾਡੀ ਉਹ ਬੱਚੇ ਨੂੰ ਹਾਂ, ਮਿਲਣਾ, ਉਹਦੇ ਪਰਿਵਾਰ ਨੂੰ।
ਠੀਕ ਹੈ, ਉਹ ਪਰਿਵਾਰ ਨੂੰ ਮਿਲਣ ਜਾ ਰਹੇ ਹੋ? ਦੇਖੋ ਮੈਂ ਹੁਣ ਮੀਟਿੰਗਾਂ ਕਰਾਂਗੇ, ਉੱਥੇ ਜਾ ਕੇ ਵੇਖਾਂਗੇ ਮੁੰਡੇ ਦਾ ਕੀ ਹਾਲ ਹੈ, ਕਿਵੇਂ ਹੋਇਆ, ਉਹ ਸਾਰੀਆਂ ਗੱਲਾਂ ਕਰਾਂਗੇ। ਠੀਕ ਹੈ। देखिए, किसी भी चीज़ का समाधान आपसी समझ, आपसी जिसको कहा जाए कि संवाद और लगातार बातचीत के माध्यम से किया जा सकता है। और हम हमेशा इस बात के पक्षधर हैं कि हम मिल कर के ऐसे कोई भी विषय आए उसके लिए हम चर्चा के माध्यम से समाधान ढूंढ सकते हैं। तो हमारी यही अपील है कि सारे जो ऐसे किसान संगठनों के लोग हैं वो संयमता के साथ वार्ता में भाग लेकर इसका अस्थाई समाधान के क्या क्या रास्ता हो सकते हैं उस पर हम चर्चा करते हुए आगे बढ़ें और चर्चा के माध्यम से समाधान करें। ਜਿਹੜਾ ਕਿਸਾਨਾਂ ਵੱਲੋਂ ਵੀ ਪੁਲਿਸ ਨੂੰ ਦੇ ਵੱਲੋਂ ਇਹ ਕਿਹਾ ਗਿਆ ਕਿ ਫਿਲਹਾਲ ਦਿੱਲੀ ਵੱਲ ਵਧਣ ਦੀ ਕਾਲ ਨਹੀਂ ਹੈ, ਪਰ ਚੌਥੇ ਗੇੜ ਦੀ ਮੀਟਿੰਗ ਤੋਂ ਬਾਅਦ ਜਦੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਸ ਵੇਲੇ ਐਲਾਨ ਕੀਤਾ ਸੀ ਕਿ 11 ਵਜੇ ਦਿੱਲੀ ਵੱਲ ਵਧਾਂਗੇ ਅਸੀਂ, ਤੇ ਹੁਣ ਉਹੀ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਫਿਲਹਾਲ ਦਿੱਲੀ ਵੱਲ ਕੂਚ ਕਰਨ ਦੀ ਕੋਈ ਕਾਲ ਨਹੀਂ ਹੈ। ਫਿਲਹਾਲ ਦੀ ਘੜੀ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨ ਦੀ ਕੋਈ ਕਾਲ ਨਹੀਂ ਹੈ, ਕਿਸਾਨ ਆਗੂ ਇਹ ਕਹਿ ਰਹੇ ਨੇ। ਤੇ ਸਭ ਦੇ ਵਿਚਾਲੇ 5ਵੇਂ ਗੇੜ ਦੀ ਮੀਟਿੰਗ ਦੇ ਲਈ ਸੱਦਾ ਹੈ ਕੇਂਦਰ ਸਰਕਾਰ ਦੇ ਵੱਲੋਂ। 5ਵੇਂ ਗੇੜ ਦੀ ਮੀਟਿੰਗ ਜਿਸ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਕਹਿ ਰਹੇ ਨੇ ਕਿ ਸਾਰੇ ਮਸਲੇ ਜਿਹੜੇ ਨੇ ਉਹਨਾਂ ਤੇ ਚਰਚਾ ਕੀਤੀ ਜਾ ਸਕਦੀ ਹੈ, ਸਾਰੇ ਮਸਲਿਆਂ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਇਹ ਤਸਵੀਰਾਂ ਇਸ ਸਭ ਦੇ ਵਿਚਾਲੇ ਖਨੌਰੀ ਦੇ ਸ਼ੰਭੂ ਬਾਰਡਰ ਤੋਂ ਇਹ ਤਸਵੀਰਾਂ ਨੇ। ਫਿਲਹਾਲ ਦੀ ਘੜੀ ਜੋ ਜਿੱਥੇ ਆ ਉੱਥੇ ਰੁਕਿਆ ਹੋਇਆ ਨਜ਼ਰ ਆ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਦਿੱਲੀ ਵੱਲ ਕੂਚ ਦੀ ਫਿਲਹਾਲ ਕਾਲ ਨਹੀਂ ਹੈ। ਫਿਲਹਾਲ ਕੋਈ ਅਜਿਹੀ ਇਹ ਕਹਿ ਲਿਆ ਜਾਵੇ ਕਿ ਤਿਆਰੀ ਨਹੀਂ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਅਜਿਹਾ ਕੋਈ ਫੈਸਲਾ ਨਹੀਂ ਹੈ ਫਿਲਹਾਲ ਦਿੱਲੀ ਵੱਲ ਵਧਣ ਦਾ। ਕਿਸਾਨ ਆਗੂ ਇਹ ਕਹਿ ਰਹੇ ਨੇ ਸ਼ੰਭੂ ਬਾਰਡਰ ਤੇ ਜਗਜੀਤ ਸਿੰਘ ਦੱਲੇਵਾਲ ਇਹ ਕਹਿ ਰਹੇ ਸੀ, ਮੇਰੇ ਸਹਿਯੋਗੀ ਪੰਕਜ ਨੇ ਉਹਨਾਂ ਨੂੰ ਸਵਾਲ ਕੀਤਾ ਸੀ। ਔਰ ਇਸ ਸਭ ਦੇ ਵਿਚਾਲੇ ਤਸਵੀਰਾਂ ਜਿਹੜੀਆਂ ਨੇ ਦੋਵੇਂ ਬਾਰਡਰ ਤੇ ਦੋਵੇਂ ਹੱਦਾਂ ਤੇ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਪਰ ਨਾਲ ਦੀ ਨਾਲ ਕੋਸ਼ਿਸ਼ ਜਿਹੜੀ ਹੈਗੀ ਉਹ ਕੇਂਦਰ ਸਰਕਾਰ ਦੇ ਵੱਲੋਂ ਇਹ ਕੀਤੀ ਜਾ ਰਹੀ ਹੈ ਕਿ ਵਾਪਸ टेबल टॉक के लिए सद्या जावे किसानों। कि हमने पहले ही कहा पार्टी किसानों के मांगों के बारे में बहुत संवेदनशील है और मंत्रीगण बात कर रहे हैं, बातचीत कई बार हुई है, तो इस बातचीत को होने दीजिए। मोदी सरकार का किसानों के विकास के लिए समर्पण बहुत क्लियर है। हमने कई बार इसी मंच से मैंने भी कहा है कि कितने बड़े काम हुए हैं किसानों के विकास के लिए। देखो भाई, उसके लिए तो हम लोग उनका साथ दे रहे हैं और हम खुल के बात कर रहे हैं कि गवर्नमेंट उनके जो डिमांड्स है, रीजनेबल डिमांड्स, उसको मानना चाहिए। और हम खुद भी हमारे इलेक्शन मैनिफेस्टो में भी ये कहने वाले हैं कि एमएसपी ये लीगल गारंटी करना चाहिए। सभी क्रॉप्स को नहीं कर सकते, लेकिन जो एसेंशियल कमोडिटीज है वो उसको हम कर सकते हैं। ये हमारा मुद्दा है। हम ऑलरेडी फर्स्ट इसमें हमने घोषणा की है। पर जो साढ़े मानयोग मुख्यमंत्री साहब ने जो जिम्मेवारी मुझे दी है, तो जितने भी हमारे बॉर्डर डिस्ट्रिक्ट हैं वो मोहाली, पटियाला, संगरूर, बरनाला, मानसा, बठिंडा और मुक्तसर साहब, वो सारा उनके जो अस्पताल है हमने वो पूरा वहाँ पे बंदोबस्त किया है अपनी तरफ से और एम्बुलेंसेज भी लगाई हैं हमने, पूरी तैयारी करी है हमने सारे बॉर्डर डिस्ट्रिक्ट। और जो इनके पीछे जो डिस्ट्रिक्ट चाहे वो
फतेहगढ़ साहब हो, लुधियाना हो और मोगा, और वो उनको हमने इसलिए कि वहाँ पे एम्बुलेंसेज और जो बैकअप सपोर्ट है उसके लिए भी हमने कराया, दवाइयों का और एम्बुलेंसेज का और सारा बंदोबस्त है। बट फिर भी मैं एक बार अपील करता हूँ कि इसमें कम से कम जो है वायलेंस, कोई जो भी वायलेंट मीन्स हैं, चाहे वो प्लास्टिक पैलेट्स हों या प्लास्टिक बुलेट्स हों, उनका इस्तेमाल नहीं होना चाहिए। मतलब कोई भी इस तरह का मतलब जिससे लोगों को इंजरी हो। जो पहले वाला जिस दिन ये शुरू हुआ था प्रोटेस्ट, उस दिन बहुत सारे लोग मेरे पास आए हैं जिनकी आंखों की रोशनी चली गई है, जहाँ उनको बुलेट इंजरीज हैं और बहुत सीरियस इंजरीज हैं, कि फ्रैक्चर्स हुए हैं, हेड इंजरीज हुई हैं। मैं उम्मीद करता हूँ कि आज कोई ऐसी हालात नहीं बढ़ेंगे और सभी को मैं बेनती करता हूँ कि रिस्ट्रेन की ज़रूरत है, शांतिपूर्ण तरीके से जो भी अपनी मांगे हैं वो रखें और सरकार भी उनको अलाउ करे कि पीसफुल मार्च करें, अपना प्रोटेस्ट करें, ये उनका डेमोक्रेटिक हक है। माननीय सुप्रीम कोर्ट भी कह चुकी है और लोगों का ये हमारे संविधान में लिखा हुआ है कि जो पीसफुल असेंबली और पीसफुल तरीके से अपनी मांगों मनवाने के लिए उनको जो भी प्रदर्शन करना चाहते हैं उनको इजाज़त दें। मैं एक बार ਸੋ ਪੀਸਫੁਲ ਪ੍ਰੋਟੈਸਟ ਕੀਤਾ ਜਾਵੇ। ਲਗਾਤਾਰ ਇਹ ਕਿਹਾ ਜਾ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾਵੇ। किसानों ने फ्रॉम द फर्स्ट डे कहा था हम पीसफुली अपनी जय मांगों के लिए हमारे देश की राजधानी में हम प्रोटेस्ट करना चाहते हैं। हम भारत की सरकार को जगाना चाहते हैं, जो उनका कॉन्स्टिट्यूशनल राइट है। और हम आज भी कहते हैं कि भारत सरकार को इमीडिएटली इंटरवीन करके पीसफुली प्रोटेस्ट कर रहे किसानों की जायज मांगे माननी चाहिए। देखिए, संवाद बहुत सबसे अच्छा रास्ता ही संवाद का, संवाद और शांतिपूर्ण तरीके से इस मसले का हल होना चाहिए। आम आदमी पार्टी का ये मानना है।